ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਤੇ ਪਿਛਲੇ 2 ਮਹੀਨਿਆਂ ਤੋਂ ਤਕਰੀਬਨ ਜੋ ਵਿਚਾਰਾਂ ਦੀ ਲੜੀ ਚੱਲ ਰਹੀ ਹੈ ਜਿਸ ਨੂੰ ਸ਼ੁਰੂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਿਆਈ ਨਾਲ ਸੰਬੰਧਿਤ ਗੁਰਤਾ ਗੱਦੀ ਦਿਹਾੜੇ ਨਾਲ ਸੰਬੰਧਿਤ ਜਿਹੜੀ ਹੈਗੀ ਆ ਉਹ ਵਿਚਾਰਾਂ ਦੀ ਲੜੀ ਸ਼ੁਰੂ ਕੀਤੀ ਗਈ ਤੇ ਅੱਜ ਉਸ ਦਾ ਚੌਥਾ ਜਿਹੜਾ ਵਿਚਾਰ ਆ ਸਾਧ ਸੰਗਤ ਜੀ, ਉਸ ਬਾਰੇ ਆਪ ਜੀ ਦੇ ਨਾਲ ਜਿਹੜੀ ਸਾਂਝ ਆ ਉਹ ਪਾਈ ਜਾਏਗੀ। ਜਦੋਂ ਅਸੀਂ ਸਾਖੀ ਸਾਹਿਤ ਨੂੰ ਜਾਂ ਸਿੱਖ ਇਤਿਹਾਸ ਨੂੰ ਵਾਚਦੇ ਹਾਂ, ਪੜ੍ਹਦੇ ਹਾਂ, ਤੇ ਇੱਕ ਪਾਸੇ ਗੁਰੂ ਪਰਿਵਾਰ ਦੇ ਉਹ ਮੈਂਬਰ ਨੇ ਜਿਹੜੇ ਜ਼ਬਰੀ ਗੁਰਿਆਈ ਦੀ ਬਖਸ਼ਿਸ਼ ਹਾਸਿਲ ਕਰਨਾ ਚਾਹੁੰਦੇ ਨੇ। ਵੀ ਡਿਸਕਸਡ ਅਬਾਊਟ ਬਾਬਾ ਸ਼੍ਰੀ ਚੰਦ, ਗੁਰੂ ਨਾਨਕ ਪਾਤਸ਼ਾਹ ਸਨਸ, ਬਾਬਾ ਦਾਸੂ ਜੀ who was ਗੁਰੂ ਅੰਗਦ ਦੇਵ ਪਾਤਸ਼ਾਹ's sons. So but they failed in their attempt, in their mission. ਉਹ ਆਪਣੇ ਮਕਸਦ 'ਚ ਕਾਮਯਾਬ ਨਹੀਂ ਹੋ ਪਾਉਂਦੇ ਕਿਉਂਕਿ ਉਹ ਜ਼ਬਰੀ ਹਥਿਆਉਣ ਦੀ ਕੋਸ਼ਿਸ਼ ਕਰਦੇ ਨੇ। ਤੇ ਦੂਸਰੇ ਪਾਸੇ ਉਹ ਗੁਰਸਿੱਖ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਸੇਵਾ ਭਾਵਨਾ ਹੈਗੀ ਆ, ਭਾਈ ਲਹਿਣਾ ਜੀ ਨੇ, ਬਾਬਾ ਅਮਰਦਾਸ ਜੀ ਨੇ, ਤੇ ਉਹ ਆਪਣੀ ਸੇਵਾ ਦੇ ਰਾਹੀਂ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਦੇ ਰਾਹੀਂ ਜਿਹੜਾ ਆ ਉਹ ਗੁਰਿਆਈ ਦੀ ਜਿਹੜੀ ਆ ਪਦਵੀ ਹਾਸਲ ਕਰਦੇ ਨੇ। ਇੱਥੇ ਸਾਨੂੰ ਇੱਕ ਗੱਲ ਬੜੀ ਸਪਸ਼ਟ ਹੋਣੀ ਚਾਹੀਦੀ ਆ ਕਿ ਗੁਰੂ ਨਾਨਕ ਪਾਤਸ਼ਾਹ ਦੇ ਦਰ ਦੇ ਉੱਤੇ ਅਸੀਂ ਕਿਸੇ ਚੀਜ਼ ਨੂੰ ਜਬਰੀ ਨਹੀਂ ਹਾਸਲ ਕਰ ਸਕਦੇ। ਇਹ ਬਖਸ਼ਿਸ਼ ਦਾ ਦਰ ਆ, ਇਹ ਕਿਰਪਾ ਦਾ ਦਰ ਆ। ਤੇ ਅੱਜ ਭਾਈ ਜੇਠਾ ਜੀ ਬਾਰੇ, ਜਿਹੜੇ ਭਾਈ ਜੇਠਾ ਤੋਂ ਗੁਰੂ ਰਾਮਦਾਸ ਪਾਤਸ਼ਾਹ ਤੱਕ ਦਾ ਸਫ਼ਰ ਨੇ ਉਹ ਕਰਦੇ ਨੇ, ਉਹਨਾਂ ਬਾਰੇ ਜਿਹੜੀ ਵਿਚਾਰ ਆ ਉਹ ਹੋਏਗੀ ਸਾਧ ਸੰਗਤ ਜੀ। ਉਹਨਾਂ ਦੇ ਮੁੱਢਲੇ ਜੀਵਨ ਬਾਰੇ, ਤੇ ਜਦੋਂ ਗੁਰੂ ਪਾਤਸ਼ਾਹ ਦੀ ਸੇਵਾ 'ਚ ਆਉਂਦੇ ਨੇ ਤੇ ਫਿਰ ਕਿਸ ਤਰ੍ਹਾਂ ਉਹਨਾਂ ਨੂੰ ਜਿਹੜੀ ਗੁਰਿਆਈ ਦੀ ਬਖਸ਼ਿਸ਼ ਆ ਉਹ ਹੁੰਦੀ ਹੈ। ਭਾਈ ਜੇਠਾ ਜੀ ਦਾ ਜਿਹੜਾ ਜਨਮ ਸੀ ਇਹ ਚੂਨਾ ਮੰਡੀ ਲਾਹੌਰ ਪਾਕਿਸਤਾਨ ਦੇ ਵਿੱਚ ਜਿਹੜਾ ਅੱਜ ਇਹ ਸਥਾਨ ਹੈਗਾ ਉੱਥੇ ਹੁੰਦਾ 1534 ਈਸਵੀ ਨੂੰ। ਤੇ ਇਹਨਾਂ ਦਾ ਜਿਹੜਾ ਵਿਆਹ ਸੀ ਉਹ ਗੁਰੂ ਅਮਰਦਾਸ ਪਾਤਸ਼ਾਹ ਦੀ ਸਪੁੱਤਰੀ ਬੀਬੀ ਭਾਨੀ ਜੀ ਨਾਲ ਹੁੰਦਾ, ਜਿਹੜੇ ਬਾਸਰਕੇ ਦੇ ਰਹਿਣ ਵਾਲੇ ਨੇ। ਸੋ ਇਸ ਰਿਸ਼ਤੇ ਦੇ ਰਾਹੀਂ ਜਿਹੜਾ ਹੁੰਦਾ ਇਹ ਗੁਰੂ ਪਾਤਸ਼ਾਹ ਦੇ ਸੰਪਰਕ ਵਿੱਚ ਆਉਂਦੇ ਨੇ। ਪਰ ਜਦੋਂ ਬਚਪਨ ਹੁੰਦਾ ਇਹਨਾਂ ਦਾ, ਬਚਪਨ ਦੇ ਵਿੱਚ ਇਹ ਅਨਾਥ ਹੋ ਜਾਂਦੇ ਨੇ। ਤਕਰੀਬਨ ਕੋਈ 7 ਕੁ ਸਾਲ ਦੀ ਉਮਰ ਸੀ ਜਦੋਂ ਇਹਨਾਂ ਦੇ ਮਾਤਾ ਪਿਤਾ ਇਹਨਾਂ ਨੂੰ ਛੱਡ ਕੇ ਚਲੇ ਜਾਂਦੇ ਨੇ। ਹੀ ਬਿਕੇਮ ਐਨ ਔਰਫਨ ਐਟ ਦਾ ਏਜ ਆਫ 7। ਸੋ ਇਹਨਾਂ ਦਾ ਜਿਹੜਾ ਨਾਨਕਾ ਪਰਿਵਾਰ ਹੈ ਇਟ ਵਾਜ਼ ਐਟ ਬਾਸਰਕੇ, ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਦਾ ਨਗਰ ਹੈਗਾ। ਫਿਰ ਇਹਨਾਂ ਦੇ ਨਾਨੀ ਜੀ ਇਹਨਾਂ ਨੂੰ ਉੱਥੇ ਲੈ ਆਉਂਦੇ ਨੇ। ਤੋ ਇਸ ਤਰੀਕੇ ਦੇ ਨਾਲ ਜਿਹੜਾ ਲਾਹੌਰ ਤੋਂ ਇਹਨਾਂ ਦਾ ਬਾਸਰਕੇ ਤੱਕ ਦਾ ਆਉਣ ਦਾ ਜਿਹੜਾ ਸਫ਼ਰ ਆ ਉਹ ਹੁੰਦਾ, ਤੇ ਬਾਅਦ ਵਿੱਚ ਵਿਆਹ ਹੋ ਜਾਂਦਾ ਬੀਬੀ ਭਾਨੀ ਜੀ ਦੇ ਨਾਲ। ਤੇ ਹੁਣ ਗੁਰੂ ਅਮਰਦਾਸ ਪਾਤਸ਼ਾਹ ਦੀ ਸੇਵਾ 'ਚ ਜਦੋਂ ਇਹ ਹਾਜ਼ਰ ਹੁੰਦੇ ਨੇ, ਗੋਇੰਦਵਾਲ ਸਾਹਿਬ ਨਗਰ ਜਦੋਂ ਗੁਰੂ ਪਾਤਸ਼ਾਹ ਨੇ ਵਸਾਇਆ, ਅਸੀਂ ਪਿਛਲੇ ਵੀ ਜਿਹੜਾ ਵਿਚਾਰ ਸੀ ਉਸ ਦੇ ਵਿੱਚ ਇਹਦੇ ਬਾਰੇ ਸਾਂਝ ਪਾਈ ਸੀ ਕਿ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਉਹਨਾਂ ਨੂੰ ਹੁਕਮ ਕੀਤਾ ਸੀ। ਜਦੋਂ ਅਸੀਂ ਗੁਰੂ ਘਰ ਦੇ ਇਤਿਹਾਸ ਵੱਲ ਦੇਖਦੇ ਹੈਗੇ ਆ, ਗੁਰੂ ਨਾਨਕ ਪਾਤਸ਼ਾਹ ਪਹਿਲਾਂ ਕਰਤਾਰਪੁਰ ਵਸਾਉਂਦੇ ਨੇ, ਫਿਰ ਗੁਰੂ ਅੰਗਦ ਦੇਵ ਪਾਤਸ਼ਾਹ ਖਡੂਰ ਸਾਹਿਬ ਆ ਜਾਂਦੇ ਨੇ, ਗੁਰੂ ਅਮਰਦਾਸ ਪਾਤਸ਼ਾਹ ਗੋਇੰਦਵਾਲ ਸਾਹਿਬ ਵਸਾਉਂਦੇ ਨੇ। ਤੇ ਇਹਨਾਂ ਸਾਰੇ ਜਿਹੜੇ ਅਸਥਾਨ ਨੇ, ਜਦੋਂ ਇਹਨਾਂ ਦੀ ਅਸੀਂ ਕਈ ਵਾਰੀ ਸਟੱਡੀ ਕਰਦੇ ਹਾਂ ਤੇ ਇੱਕ ਆਮ ਜਿਹਾ ਤੱਥ ਜਿਹੜਾ ਹੈਗਾ ਸੰਗਤ ਬਹੁਤ ਵਿਚਾਰਦੀ ਆ ਕਿ ਗੁਰੂ ਪਾਤਸ਼ਾਹ ਨੇ ਗੁਰਿਆਈ ਤੋਂ ਬਾਅਦ ਦੂਸਰੇ ਗੁਰੂਆਂ ਨੂੰ ਆਪਣੇ ਥਾਵਾਂ 'ਤੇ ਕਿਉਂ ਨਹੀਂ ਰੱਖਿਆ। ਉਸ ਦਾ ਕਾਰਨ ਕੀ ਦਿੱਤਾ ਜਾਂਦਾ ਕਿ ਜਿਹੜਾ ਪਰਿਵਾਰ ਦਾ ਕਲੇਸ਼ ਹੈਗਾ ਆ, ਕਿ ਇਹ ਕਲੇਸ਼ ਤੋਂ ਦੂਰ ਰਹਿਣ, ਕਿਸੇ ਲੜਾਈ ਝਗੜੇ ਤੋਂ ਦੂਰ ਰਹਿਣ, ਕਿ ਇਹਨਾਂ ਦਾ ਕਿਸੇ ਨੈਗੇਟਿਵ ਟਾਸਕ ਦੇ ਵਿੱਚ ਜਾਂ ਨੈਗੇਟਿਵਿਟੀ ਦੇ ਵਿੱਚ ਜਿਹੜਾ ਹੈਗਾ ਆ ਉਹ ਟਾਈਮ ਵੇਸਟ ਨਾ ਹੋਏ। ਪਰ ਇਹ ਸਾਰੇ ਇਤਿਹਾਸ ਦਾ ਇੱਕ ਪੱਖ ਹੈਗਾ, ਕਿਉਂਕਿ ਜਦੋਂ ਅਸੀਂ ਕਿਸੇ ਵੀ ਇਤਿਹਾਸਕ ਪੱਖ ਨੂੰ ਵਾਚਣਾ ਉਹਦੀਆਂ ਬੜੀਆਂ ਲੇਅਰਸ ਹੁੰਦੀਆਂ ਹੈਗੀਆਂ। ਇੱਥੇ ਇੱਕ ਪਾਸੇ ਪਰਿਵਾਰ ਦਾ ਵੀ ਜਿਹੜਾ ਫੈਕਟ ਹੈ ਇਹ ਵੀ ਇੱਕ ਬਿਲਕੁਲ ਸਹੀ ਗੱਲ ਹੈਗੀ ਆ। ਬਟ ਐਟ ਦਾ ਸੇਮ ਟਾਈਮ ਜਦੋਂ ਨਗਰ ਵਸਦੇ ਨੇ, ਸਾਨੂੰ ਸੇਧ ਲੈਣ ਦੀ ਲੋੜ ਆ ਕਿ ਗੁਰੂ ਪਾਤਸ਼ਾਹ ਜਿਹੜਾ ਸਿੱਖੀ ਦਾ ਬੀਜ ਆ ਉਹ ਵੱਖ-ਵੱਖ ਥਾਵਾਂ 'ਤੇ ਉਗਾ ਰਹੇ ਨੇ, ਕਿ ਸਿੱਖੀ ਸ਼ੁੱਡ ਸਪਰੈਡ ਐਟ ਡਿਫਰੈਂਟ ਪਲੇਸਿਸ। ਇਹ ਘਟਣੀ ਨਹੀਂ ਚਾਹੀਦੀ, ਇਹ ਵਧਣੀ ਚਾਹੀਦੀ ਆ। ਤੇ ਗੁਰੂ ਪਾਤਸ਼ਾਹ ਦੇ ਸਮੇਂ ਦੇ ਵਿੱਚ ਅਸੀਂ ਦੇਖਦੇ ਹੈਗੇ ਆ ਕਿ ਕਿੰਨੇ ਜਿਹੜੇ ਸੈਂਟਰ ਨੇ, ਕਿੰਨੀਆਂ ਟਕਸਾਲਾਂ ਜਿਹੜੀਆਂ ਹੈਗੀਆਂ ਉਹ ਇਸਟੈਬਲਿਸ਼ ਹੋ ਜਾਂਦੀਆਂ ਹੈਗੀਆਂ। ਹੁਣ ਜਦੋਂ ਗੋਇੰਦਵਾਲ ਸਾਹਿਬ ਭਾਈ ਜੇਠਾ ਦੀ ਸੇਵਾ ਕਰ ਰਹੇ ਹੁੰਦੇ ਨੇ, ਉੱਥੇ ਨਵਾਂ ਨਗਰ ਵਸ ਰਿਹਾ ਹੈਗਾ,
ਤੇ ਉੱਥੇ ਇੱਕ ਬੌਲੀ ਦਾ ਨਿਰਮਾਣ ਵੀ ਜਿਹੜਾ ਕਰਾਇਆ ਜਾਂਦਾ। ਬਹੁਤ ਵੱਖ-ਵੱਖ ਜਿਹੜੇ ਕਾਰਜ ਸੀ ਉਹ ਵੀ ਹੁੰਦੇ ਨੇ। ਤੇ ਇੱਕ ਵਾਰ ਭਾਈ ਜੇਠਾ ਜੀ ਜਿਹੜੇ ਨੇ ਸੇਵਾ 'ਚ ਲੱਗੇ ਹੋਏ ਨੇ ਤੇ ਉਹਨਾਂ ਦੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਲਾਹੌਰ ਤੋਂ, ਉਹ ਆਉਂਦੇ ਨੇ ਗੋਇੰਦਵਾਲ ਸਾਹਿਬ ਦੇ। when they saw ਭਾਈ ਜੇਠਾ ਜੀ, he was carrying a mud basket on his head। ਉਹ ਫਿਰ ਦੇਖਦੇ ਨੇ ਕਿ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਕਿ ਇਹ ਸਾਡਾ ਜਿਹੜਾ ਹੈਗਾ ਆ ਘਰ ਦਾ ਪਰਿਵਾਰ ਦਾ ਮੈਂਬਰ ਇੱਥੇ ਆ ਕੇ ਇਹਦੀ ਹਾਲਤ ਕਿਸ ਤਰ੍ਹਾਂ ਦੀ ਹੈ, ਕਿਉਂਕਿ ਉਹਨਾਂ ਦਾ ਜਿਹੜਾ ਵੇਖਣ ਦਾ ਨਜ਼ਰੀਆ ਹੈਗਾ ਆ ਉਹ ਦੁਨਿਆਵੀ ਆ। ਉਹ ਅੱਖਾਂ ਨਾਲ ਵੇਖ ਕੇ ਵੀ ਜਿਹੜਾ ਗੁਰੂ ਦੀ ਡਿਵਾਈਨਨੈਸ ਆ ਉਹਨੂੰ ਸਮਝ ਨਹੀਂ ਪਾ ਰਹੇ। ਉਹ ਇਹ ਨਹੀਂ ਸਮਝ ਪਾ ਰਹੇ ਕਿ ਭਾਈ ਜੇਠੇ ਦਾ ਗੁਰੂ ਅਮਰਦਾਸ ਪਾਤਸ਼ਾਹ ਨਾਲ ਰਿਸ਼ਤਾ ਕੀ ਹੈਗਾ। ਉਹ ਦੁਨਿਆਵੀ ਰਿਸ਼ਤਾ ਸਮਝ ਰਹੇ ਨੇ ਕਿ ਗੁਰੂ ਅਮਰਦਾਸ ਪਾਤਸ਼ਾਹ ਭਾਈ ਜੇਠਾ ਜੀ ਦੇ ਸਹੁਰਾ ਲੱਗਦੇ ਨੇ। ਪਰ ਭਾਈ ਜੇਠਾ ਜੀ ਇੱਥੇ ਐਜ਼ ਏ ਗੁਰਸਿੱਖ ਜਿਹੜੀ ਆ ਉਹ ਸੇਵਾ ਕਰ ਰਹੇ ਹੁੰਦੇ ਆ। ਕਹਿਣ ਤੋਂ ਭਾਵ ਕਿ ਕਈ ਵਾਰੀ ਅਸੀਂ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਦੇ ਹਾਂ, ਪਰ ਅੱਖਾਂ ਨਾਲ ਦੇਖਣ ਤੋਂ ਬਾਅਦ ਉਸ 'ਤੇ ਜਿਹੜੀ ਪਿੱਛੇ ਰਮਜ ਛੁਪੀ ਹੁੰਦੀ ਆ ਅਸੀਂ ਉਹਦੇ ਤੱਕ ਨਹੀਂ ਪਹੁੰਚ ਪਾਉਂਦੇ। ਇਸ ਤਰ੍ਹਾਂ ਜਿਹੜਾ ਹੈਗਾ ਭਾਈ ਜੇਠਾ ਜੀ ਉਹਨਾਂ ਦੀ ਸੇਵਾ 'ਚ ਲੱਗੇ ਰਹਿੰਦੇ ਨੇ। ਤੇ ਇਸੇ ਦੌਰਾਨ ਹੀ ਗੁਰੂ ਅਮਰਦਾਸ ਪਾਤਸ਼ਾਹ ਹੁਕਮ ਕਰਦੇ ਨੇ ਕਿ ਹੁਣ ਤੁਸੀਂ ਜਾ ਕੇ ਇੱਕ ਨਵਾਂ ਨਗਰ ਵਸਾਉਣਾ ਹੈਗਾ। ਉਸ ਦੀ ਨਿਸ਼ਾਨਦੇਹੀ ਵੀ ਜਿਹੜਾ ਹੈਗਾ, ਲੈਂਡਮਾਰਕ ਵੀ ਜਿਹੜਾ ਹੈਗਾ, ਗੁਰੂ ਪਾਤਸ਼ਾਹ ਡਿਸਾਈਡਡ ਹਿਮਸੈਲਫ, ਗੁਰੂ ਅਮਰਦਾਸ ਪਾਤਸ਼ਾਹ, ਜਿਸ ਨੂੰ ਅੱਜ ਅੰਮ੍ਰਿਤਸਰ ਸਾਹਿਬ ਦੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਹੈਗਾ। ਉੱਥੇ ਜਾ ਕੇ ਉਸ ਜਗ੍ਹਾ ਬਾਰੇ ਦੱਸਿਆ ਜਾਂਦਾ ਤੇ ਭਾਈ ਜੇਠਾ ਜੀ ਨੂੰ ਇਹ ਹੁਕਮ ਹੁੰਦਾ ਕਿ ਇਸ ਨਗਰ ਦੀ ਜਿਹੜੀ ਉਸਾਰੀ ਆ ਹੁਣ ਤੁਸੀਂ ਕਰਾਉਣੀ ਹੈਗੀ। ਸਾਧ ਸੰਗਤ ਅੱਜ ਉੱਥੇ ਗੁਰਦੁਆਰਾ ਗੁਰੂ ਕੇ ਮਹਿਲ ਹੈਗਾ, ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਬਾਅਦ ਵਿੱਚ ਪ੍ਰਕਾਸ਼ ਹੁੰਦਾ। ਜਦੋਂ ਭਾਈ ਜੇਠਾ ਜੀ ਇੱਥੇ ਆਉਂਦੇ ਨੇ, ਇੱਕ ਛੋਟੀ ਜਿਹੀ ਝੌਂਪੜੀ ਬਣਾਈ ਸੀ ਉਹਨਾਂ ਨੇ ਆਪਣੇ ਰਹਿਣ ਦੇ ਲਈ। ਹੀ ਸਟਾਰਟਡ ਲਿਵਿੰਗ ਐਟ ਅੰਮ੍ਰਿਤਸਰ ਸਾਹਿਬ। ਉਦੋਂ ਇਹਨੂੰ ਰਾਮਦਾਸਪੁਰ ਕਿਹਾ ਜਾਂਦਾ ਹੁੰਦਾ ਸੀ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਇੱਥੇ ਆ ਕੇ ਹੁਣ ਜਿਹੜਾ ਇਹ ਨਵਾਂ ਨਗਰ ਆ, ਇਹਦਾ ਜਿਹੜਾ ਕਾਰਜ ਆ ਉਹ ਭਾਈ ਜੇਠਾ ਜੀ ਦੁਆਰਾ ਕਰਾਇਆ ਜਾਂਦਾ। ਤੇ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਜਿਹੜੇ ਨੇ ਇਸ ਪਾਵਨ ਨਗਰੀ ਦੇ ਉੱਤੇ ਜਾ ਕੇ ਨਤਮਸਤਕ ਹੁੰਦੇ ਨੇ। ਤੇ ਅਸੀਂ ਆਪਣੀ ਰੋਜ਼ਾਨਾ ਅਰਦਾਸ ਦੇ ਵਿੱਚ ਇਹ ਵੀ ਮੰਗ ਕਰਦੇ ਹਾਂ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ। ਇਹ ਮੰਗ ਆ ਸਾਡੇ ਸਿੱਖਾਂ ਦੀ ਇਹ ਪਾਵਨ ਨਗਰੀ ਦੇ ਪ੍ਰਤੀ। ਤੇ ਇਹ ਜਿਹੜੀ ਨਗਰੀ ਦੀ ਸ਼ੁਰੂਆਤ ਆ, ਇਹਦਾ ਜਿਹੜਾ ਸਾਰਾ ਕਾਰ ਵਿਹਾਰ ਸੀ, ਕਾਰ ਸੇਵਾ, ਉਹ ਭਾਈ ਜੇਠਾ ਜੀ ਦੇ ਸਿਰ ਤੋਂ ਸ਼ੁਰੂ ਹੁੰਦੀ ਆ ਤੇ ਹੁਕਮ ਗੁਰੂ ਅਮਰਦਾਸ ਪਾਤਸ਼ਾਹ ਦਾ ਸੀ। ਸੋ ਇਸ ਤੋਂ ਬਾਅਦ ਜਦੋਂ ਅਸੀਂ ਗੁਰੂ ਘਰ ਦੇ ਵਿੱਚ ਸੇਵਾ ਦੀ ਗੱਲ ਕਰਦੇ ਹੈਗੇ ਤੇ ਅੱਜ ਜਦੋਂ ਸ਼ਬਦ ਸੇਵਾ ਵਰਤਿਆ ਜਾਂਦਾ ਆ ਤੇ ਸਾਡੇ ਮਨ ਦੇ ਵਿੱਚ 2-4 ਸੇਵਾਵਾਂ ਬੜੀਆਂ ਅੱਖਾਂ ਸਾਹਮਣੇ ਆ ਜਾਂਦੀਆਂ ਨੇ, ਜਿਹਦੇ ਵਿੱਚ ਲੰਗਰ ਦੀ ਸੇਵਾ, ਭਾਂਡੇ ਧੋਣ ਦੀ ਸੇਵਾ, ਜੋੜੇ ਝਾੜਨ ਦੀ ਸੇਵਾ, ਗੁਰੂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਆ ਕੇ ਸੇਵਾ ਕਰਨੀ। ਇਹ ਸੇਵਾਵਾਂ ਬੜੀਆਂ ਮਹਾਨ ਨੇ ਤੇ ਇਹ ਸਿੱਖ ਦੇ ਜੀਵਨ ਦਾ ਅਟੁੱਟ ਹਿੱਸਾ ਨੇ। ਪਰ ਜਦੋਂ ਅਸੀਂ ਗੁਰ ਇਤਿਹਾਸ ਨੂੰ ਪੜ੍ਹਦੇ ਹਾਂ, ਉੱਥੇ ਇੱਕ ਸੇਵਾ ਵੀ ਬੜੀ ਮਹਾਨ ਹੁੰਦੀ ਸੀ, ਜਿਹਦਾ ਬਹੁਤ ਘੱਟ ਜ਼ਿਕਰ ਹੋਇਆ ਸਾਡੇ ਕਥਾਵਾਚਕਾਂ ਨੇ ਵੀ, ਪ੍ਰਚਾਰਕਾਂ ਨੇ ਵੀ। ਉਹ ਸੇਵਾ ਹੁੰਦੀ ਸੀ ਬਾਣੀ ਦੀ ਪੋਥੀਆਂ ਲਿਖਣ ਦੀ। ਅੱਜ ਸਾਡੇ ਕੋਲ ਪ੍ਰਿੰਟਿੰਗ ਮੀਡੀਆ ਹੈਗਾ, ਐਪਸ ਆ ਚੁੱਕੇ ਨੇ, ਇਲੈਕਟ੍ਰੋਨਿਕ ਫਾਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਆ ਚੁੱਕੇ ਨੇ ਤੇ ਸਾਨੂੰ ਬੜਾ ਈਜ਼ੀ ਲੱਗਦਾ ਇਹਨਾਂ ਚੀਜ਼ਾਂ ਤੱਕ ਪਹੁੰਚਣਾ। ਬਟ ਡਿਊਰਿੰਗ ਗੁਰੂ ਪਾਤਸ਼ਾਹ ਟਾਈਮ ਈਵਨ ਇਟ ਵਾਸ ਵੈਰੀ ਡਿਫੀਕਲਟ ਟੂ ਮੇਕ ਏ ਪੇਪਰ। ਹੱਥਾਂ ਨਾਲ ਤਿਆਰ ਕਰਨਾ ਪੈਂਦਾ ਸੀ। ਪੇਪਰ ਤਿਆਰ ਕਰਨ ਤੋਂ ਬਾਅਦ ਜਿਹੜੀ ਸਿਆਹੀ ਇੰਕ ਹੁੰਦੀ ਸੀ ਉਹ ਵੀ ਆਪ ਤਿਆਰ ਕਰਨੀ ਪੈਂਦੀ ਸੀ ਤੇ ਫਿਰ ਉਸ ਚੀਜ਼ ਨੂੰ ਲਿਖਣਾ। ਤੁਸੀਂ ਕਦੀ ਸੋਚ ਕੇ ਦੇਖੋ ਸਾਧ ਸੰਗਤ ਕਿ ਜਿੰਨੀ ਵੀ ਸੰਗਤ ਉਦੋਂ ਜੁੜੀ ਹੋਏਗੀ ਵੱਖ-ਵੱਖ ਥਾਵਾਂ ਤੋਂ, ਉਹਨਾਂ ਸਾਰਿਆਂ ਦੇ ਘਰਾਂ ਵਿੱਚ ਗੁਰਬਾਣੀ ਪੋਥੀਆਂ, ਧਰਮਸ਼ਾਲਾਂ ਦੇ ਵਿੱਚ ਗੁਰਬਾਣੀ ਪੋਥੀਆਂ ਹੁੰਦੀਆਂ ਸੀ ਤੇ ਕਿੰਨੇ ਗੁਰਸਿੱਖ ਇਸ ਕਾਰਜ ਨੂੰ ਕਰਦੇ ਹੋਣਗੇ। ਇਹ ਲਿਖਾਈ ਦੀ ਸੇਵਾ ਜਿਹੜੀ ਹੁੰਦੀ ਸੀ ਕਿੰਨੇ ਕੁ ਕਰਦੇ ਹੋਣਗੇ। ਤੇ ਭਾਈ ਜੇਠਾ ਜੀ ਦੀ ਜਿਹੜੀ ਹੈਂਡ ਰਾਈਟਿੰਗ ਆ ਉਹ ਵੀ ਬਾਕਮਾਲ ਸੀ। ਉਹਨਾਂ ਦੀ ਕੈਲੀਗ੍ਰਾਫੀ ਬਹੁਤ ਜ਼ਿਆਦਾ ਸੋਹਣੀ ਸੀ। ਗੁਰਬਾਣੀ ਪੋਥੀਆਂ ਲਿਖਣ ਦੀ ਜਿਹੜੀ ਸੇਵਾ ਸੀ ਉਹ ਨਿਭਾਉਂਦੇ ਹੁੰਦੇ ਸੀ ਗੁਰੂ ਪਾਤਸ਼ਾਹ ਦੇ ਦਰ ਦੇ ਉੱਤੇ। ਪਿੱਛੇ ਗੁਰੂ ਦੀ ਭਾਵਨਾ ਕੀ ਹੈਗੀ ਆ ਇਸ ਸੇਵਾ ਦੇ ਪਿੱਛੇ, ਕਿ ਜਿਹੜਾ ਗੁਰਬਾਣੀ ਦਾ ਪ੍ਰਸਾਰ ਆ ਇਹ ਘਰ ਘਰ ਤੱਕ ਹੋਣਾ ਚਾਹੀਦਾ ਹੈ। ਹਰ ਉਹ ਸਿੱਖ ਜਿਹੜਾ ਗੁਰੂ ਘਰ ਆ ਰਿਹਾ ਉਹਨੂੰ ਬਾਣੀ ਦੇ ਨਾਲ ਜੋੜਨਾ, ਟੂ ਕਨੈਕਟ ਐਵਰੀਵਨ ਵਿਦ ਗੁਰਬਾਣੀ। ਦੈਟਸ ਵਾਈ ਗੁਰੂ ਪਾਤਸ਼ਾਹ ਮੇਡ ਸੋ ਮੈਨੀ ਪੋਥੀਜ਼ ਡਿਊਰਿੰਗ ਹਿਸ ਟਾਈਮ। ਸੋ ਅੱਜ ਸਾਡੇ ਕੋਲ ਬਹੁਤ ਕੁਝ ਹੈਗਾ ਆ, ਇਲੈਕਟ੍ਰੋਨਿਕਸ ਮੀਡੀਆ ਆ, ਸੋਸ਼ਲ ਮੀਡੀਆ ਆ। ਅੱਜ ਤੋਂ ਕੋਈ 15-20 ਸਾਲ ਵੀ ਮੇਕ ਲੋਟ ਆਫ ਐਕਸਕਿਊਜ਼ਸ ਕਿ ਗੁਰਬਾਣੀ ਦੇ ਰਿਸੋਰਸਿਸ ਬਹੁਤ ਘੱਟ ਨੇ, ਬਟ ਟੂਡੇ ਵੀ ਹੈਵ ਇਨਫ ਮਟੀਰੀਅਲ। ਪਰ ਅੱਜ ਅਸੀਂ ਫਿਰ ਅੱਜ ਸਾਡੇ ਐਕਸਕਿਊਜ਼ ਚੇਂਜ ਹੋ ਗਏ, ਕਿਉਂਕਿ ਜਿੰਨਾ ਚਿਰ ਤੱਕ ਮਨ ਸਾਡਾ ਬਾਣੀ ਨਾਲ ਜੁੜੇਗਾ ਨਹੀਂ ਨਾ, ਅਸੀਂ ਬਹਾਨੇ ਬਣਾਉਂਦੇ ਰਵਾਂਗੇ
ਤੇ ਇਸੇ ਦੌਰਾਨ ਹੀ ਜਿਹੜਾ ਹੁੰਦਾ ਆ ਦੇਵਾ ਮੈਨੀ ਪੀਪਲ ਹੂ ਆਰ ਅਪੋਜ਼ਿੰਗ ਗੁਰੂ ਪਾਤਸ਼ਾਹ ਜੋ ਵੀ ਉਹ ਕਰ ਰਹੇ ਹੈਗੇ ਨੇ। ਵੈਨ ਗੁਰੂ ਨਾਨਕ ਪਾਤਸ਼ਾਹ ਸਟੈਬਲਿਸ਼ਡ ਕਰਤਾਰਪੁਰ ਸਾਹਿਬ ਹਿਸ ਧਰਮਸ਼ਾਲ ਦੇਵਾ ਅ ਪਰਸਨ ਕਰੋੜੀਆ ਉਹਦਾ ਨਾਮ ਸੀ। ਹੀ ਸਟਾਰਟਡ ਅਪੋਜ਼ਿੰਗ ਗੁਰੂ ਨਾਨਕ ਪਾਤਸ਼ਾਹ। ਤਪੇ ਦੀ ਸਾਖੀ ਆਉਂਦੀ ਆ ਹੀ ਸਟਾਰਟਡ ਗੁਰੂ ਅੰਗਦ ਦੇ ਪਾਤਸ਼ਾਹ ਅਪੋਜ਼ ਗੁਰੂ ਅੰਗਦ ਦੇ ਪਾਤਸ਼ਾਹ। ਸੋ ਕਹਿਣ ਤੋਂ ਭਾਵ ਕਿ ਜਦੋਂ ਗੁਰੂ ਪਾਤਸ਼ਾਹ ਆਪਣੀ ਸਿੱਖੀ ਦੀ ਮਹਿਕ ਵੰਡ ਰਹੇ ਨੇ ਉੱਥੇ ਸਾਰੇ ਗੁਰੂ ਪਾਤਸ਼ਾਹ ਨੂੰ ਮੰਨਣ ਵਾਲੇ ਨਹੀਂ ਬੈਠੇ, ਉੱਥੇ ਓਪੋਜੀਸ਼ਨ ਵੀ ਬੈਠੀ ਹੈਗੀ ਹੈ। ਹੂ ਵਾਂਟਡ ਟੂ ਸਟਾਪ ਦਿਸ ਮਿਸ਼ਨ ਕਿ ਇਹ ਕਿਸੇ ਤਰੀਕੇ ਨਾਲ ਬੰਦ ਹੋ ਜਾਏ ਇਹ ਚੀਜ਼ਾਂ। ਤੋ ਟਾਈਮ 'ਤੇ ਗੁਰਬਾਣੀ ਦੇ ਅਗੇਂਸਟ ਵੀ ਜਿਹੜੀਆਂ ਕੰਪਲੇਂਟਸ ਨੇ ਉਹ ਮੁਗਲਾਂ ਦੇ ਦਰਬਾਰ 'ਚ ਪਹੁੰਚਦੀਆਂ ਹੁੰਦੀਆਂ ਸੀ ਕਿ ਦੇ ਆਰ ਮੈਨੀ ਵਰਸਸ ਇਨ ਗੁਰਬਾਣੀ ਵਿਚ ਅਗੇਂਸਟ ਇਸਲਾਮ, ਅਗੇਂਸਟ ਹਿੰਦੂਇਜ਼ਮ। ਇਸੇ ਤਰ੍ਹਾਂ ਦੀ ਜਿਹੜੀ ਕੰਪਲੇਂਟ ਆ ਗੁਰੂ ਅਮਰਦਾਸ ਪਾਤਸ਼ਾਹ ਦੇ ਵੇਲੇ ਵੀ ਹੁੰਦੀ ਹੈਗੀ। ਫਿਰ ਭਾਈ ਜੇਠਾ ਜੀ ਐਜ਼ ਏ ਰਿਪਰੈਜ਼ੈਂਟੇਟਿਵ, ਕਿਉਂਕਿ ਹੀ ਹੈਡ ਸਾਊਂਡ ਨੌਲੇਜ ਆਫ ਗੁਰਬਾਣੀ, ਬਹੁਤ ਚੰਗੀ ਉਹਨਾਂ ਨੂੰ ਗੁਰਬਾਣੀ ਦੀ ਸੂਝ ਅਤੇ ਸਮਝ ਹੈਗੀ ਆ, ਉਹ ਜਾ ਕੇ ਫਿਰ ਐਕਸਪਲੇਨੇਸ਼ਨ ਦਿੰਦੇ ਨੇ, ਗੁਰਬਾਣੀ ਦੇ ਸ਼ਬਦ ਪੜ੍ਹ ਕੇ ਸੁਣਾਉਂਦੇ ਨੇ ਅਤੇ ਫਿਰ ਉਹ ਸੈਟਿਸਫਾਈ ਹੁੰਦੇ ਨੇ ਕਿ ਇਹ ਜਿਹੜੀ ਗੁਰਬਾਣੀ ਹੈਗੀ ਇਹ ਸਰਬ ਸਾਂਝੀ ਹੈ, ਸਾਰਿਆਂ ਦੇ ਲਈ, ਕਿਸੇ ਇੱਕ ਪਰਟੀਕੂਲਰ ਧਰਮ ਦੀ ਨਹੀਂ ਹੈਗੀ। ਸੋ ਇਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਗੱਲ ਜਿਹੜੀ ਹੈਗੀ ਆ ਉਹ ਨਹੀਂ ਲਿਖੀ ਗਈ। ਸੋ ਇਸ ਤੋਂ ਬਾਅਦ ਇੱਕ ਗੁਰੂ ਅਮਰਦਾਸ ਪਾਤਸ਼ਾਹ ਦੇ ਜੀਵਨ ਦੀ ਘਟਨਾ ਹੁੰਦੀ ਹੈਗੀ ਆ। ਅਸੀਂ ਜਾਣਦੇ ਹਾਂ ਕਿ ਗੁਰੂ ਅਮਰਦਾਸ ਪਾਤਸ਼ਾਹ ਜਦੋਂ ਸਿੱਖੀ ਦੇ ਵਿੱਚ ਆਉਂਦੇ ਨੇ ਉਸ ਵਿੱਚ ਆਉਣ ਤੋਂ ਪਹਿਲਾਂ ਉਹ ਤੀਰਥ ਸਥਾਨਾਂ 'ਤੇ ਜਾਇਆ ਕਰਦੇ ਸੀ। ਗੰਗਾ ਨਦੀ ਦੇ ਇਸ਼ਨਾਨ ਕਰਦੇ ਹੁੰਦੇ ਸੀ ਜਾ ਕੇ, ਜਿੱਥੇ ਹੀ ਉਹਨਾਂ ਨੂੰ ਇੱਕ ਜਿਹੜਾ ਸਾਧੂ ਸੀ, ਸੰਤ ਸੀ, ਉਹਨੇ ਮਿਹਣਾ ਮਾਰਿਆ ਕਿ ਤੁਸੀਂ ਨਿਗੁਰੇ ਹੋ, ਅਤੇ ਬਾਅਦ ਵਿੱਚ ਫਿਰ ਉਹ ਗੁਰੂ ਦੀ ਭਾਲ ਦੇ ਵਿੱਚ ਅਰਦਾਸ ਕਰਦੇ ਨੇ ਵਾਹਿਗੁਰੂ ਅੱਗੇ। ਅਤੇ ਜਦੋਂ ਉਹਨਾਂ ਨੂੰ ਗੁਰਿਆਈ ਦੀ ਬਖਸ਼ਿਸ਼ ਹੁੰਦੀ ਆ, ਗੁਰਿਆਈ ਦੀ ਬਖਸ਼ਿਸ਼ ਤੋਂ ਬਾਅਦ ਵੀ ਉਹ ਇੱਕ ਵਾਰ ਫਿਰ ਗੰਗਾ ਦੇ ਵੱਲ ਜਿਹੜਾ ਹੈਗਾ ਉਹ ਜਾਂਦੇ ਹੈਗੇ ਨੇ। ਪਰ ਹੁਣ ਇੱਥੇ ਜਿਹੜੀ ਉਹ ਘਟਨਾ ਵਾਪਰਦੀ ਆ ਉਹ ਕਈਆਂ ਦੇ ਮਨਾਂ ਦੇ ਵਿੱਚ ਇਹ ਡਾਊਟ ਕ੍ਰੀਏਟ ਕਰ ਦਿੰਦੀ ਆ ਕਿ ਗੁਰੂ ਪਾਤਸ਼ਾਹ ਹੀ ਡਿਡਨਟ ਡਿਸਕਨੈਕਟ ਹਿਮਸੈਲਫ ਵਿਦ ਦਾ ਪ੍ਰੀਵੀਅਸ ਫੇਥ, ਦੈਟਸ ਵਾਈ ਹੀ ਵੈਂਟ ਟੂ ਗੈਂਗਿਸ, ਜਿੱਥੇ ਵੀ ਹੈਗਾ ਉਹ। ਸੋ ਇਸ ਦੀ ਜਿਹੜੀ ਐਕਸਪਲੇਨੇਸ਼ਨ ਹੈਗੀ ਆ ਉਹ ਭਾਈ ਜੇਠਾ ਜੀ ਨੇ ਆਪਣੀ ਬਾਣੀ ਦੇ ਵਿੱਚ ਦਿੱਤੀ ਕਿ ਗੁਰੂ ਪਾਤਸ਼ਾਹ ਜਦੋਂ ਉੱਥੇ ਜਾਂਦੇ ਨੇ ਉਹਨਾਂ ਦਾ ਆਬਜੈਕਟਿਵ ਕੀ ਹੈਗਾ। ਉਹਨਾਂ ਦਾ ਇੱਕ ਸ਼ਬਦ ਆ ਜੀ, ਉਹ ਸ਼ਬਦ ਦੇ ਵਿੱਚੋਂ ਜਿਹੜੀਆਂ ਪੰਕਤੀਆਂ ਨੇ, ਗੁਰੂ ਪਾਤਸ਼ਾਹ ਦਾ ਬਚਨ ਆ, ਤੀਰਥ ਉਦਮ ਸਤਿਗੁਰ ਕੀਆ ਸਭ ਲੋਕ ਉਦਰਨ ਅਰਥਾ, ਕਿ ਜੇ ਉਹ ਤੀਰਥਾਂ 'ਤੇ ਗਏ ਆ ਨਾ, ਉਹ ਹੁਣ ਐਜ਼ ਏ ਤੀਰਥਾਂ ਦੇ ਡਿਸਾਈਪਲ ਨਹੀਂ ਜਾ ਰਹੇ। ਹੀ ਹੈਡ ਨੋ ਫੇਥ ਇਨ ਪ੍ਰੀਵੀਅਸ ਜਿਹੜਾ ਸਿਸਟਮ ਚੱਲ ਰਿਹਾ ਉਹਦੇ ਵਿੱਚ, ਉਹ ਐਜ਼ ਏ ਗੁਰੂ ਜਾ ਰਹੇ ਨੇ। ਅਤੇ ਉਹਨਾਂ ਦਾ ਆਬਜੈਕਟਿਵ ਕੀ ਹੈਗਾ ਆ ਕਿ ਲੋਕਾਂ ਨੂੰ ਉਧਾਰਨਾ, ਲੋਕਾਂ ਦਾ ਸੁਧਾਰ ਕਰਨਾ। ਆਬਜੈਕਟਿਵ ਬਦਲ ਚੁੱਕਾ, ਸਥਾਨ ਸੇਮ ਆ, ਠੀਕ ਹੈ ਜੀ, ਪਰ ਆਬਜੈਕਟਿਵ ਡਿਫਰੈਂਟ ਹੋ ਚੁੱਕਾ ਹੈਗਾ। ਅਤੇ ਗੁਰੂ ਰਾਮਦਾਸ ਪਾਤਸ਼ਾਹ ਬਣਨ ਤੋਂ ਬਾਅਦ ਇਹ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਇਸ ਦਾ ਕਲੈਰੀਫਾਈ ਕੀਤਾ ਹੈਗਾ ਇਸ ਥਾਟ ਨੂੰ। ਹੁਣ ਅਸੀਂ ਦੇਖਦੇ ਹਾਂ ਕਿ ਜਦੋਂ ਗੁਰੂ ਪਾਤਸ਼ਾਹ ਭਾਈ ਜੇਠਾ ਜੀ ਦਾ ਅਸੀਂ ਜਨਮ ਪੜ੍ਹ ਰਹੇ ਹਾਂ, ਸਾਨੂੰ ਸਮਝ ਹੋਣੀ ਚਾਹੀਦੀ ਕਿ ਕ੍ਰਿਟੀਸਿਜ਼ਮ ਹੋ ਰਿਹਾ, ਓਪੋਜੀਸ਼ਨ ਹੋ ਰਹੀ ਆ, ਚੈਲੰਜ ਹੈਗੇ ਨੇ, ਬਟ ਐਜ਼ ਏ ਗੁਰਸਿੱਖ, ਐਜ਼ ਏ ਗੁਰੂ, ਉਹ ਡੀਲ ਕੀ ਕਰ ਰਹੇ ਨੇ ਕਿ ਇਹਨਾਂ ਚੀਜ਼ਾਂ ਨੂੰ ਆਨਸਰ ਕਰਨਾ। ਅਤੇ ਚੈਲੰਜ ਜ਼ਿਆਦਾ ਇਹ ਨਹੀਂ ਕਿ ਗੁਰੂ ਪਰਿਵਾਰ ਦੇ ਮੈਂਬਰਾਂ ਵੱਲੋਂ ਵੀ ਹੋਏ, ਬਟ ਇਹ ਜਿਹੜੇ ਬਾਹਰ ਐਕਸਟਰਨਲ ਚੈਲੰਜਸ ਹੈਗੇ ਨੇ ਉਹਨਾਂ ਨੂੰ ਫੇਸ ਕਰ ਰਹੇ ਨੇ, ਉਹਨਾਂ ਦੇ ਵਿੱਚੋਂ ਨਿਕਲਦੇ ਜਾ ਰਹੇ ਨੇ। ਬਟ ਅਨਫੋਰਚੂਨੇਟਲੀ ਅੱਜ ਕੀ ਹੋ ਰਿਹਾ, ਵੀ ਨੀਡ ਟੂ ਟੇਕ ਗਾਈਡੈਂਸ ਫਰੋਮ ਦਿਸ ਇਨਸੀਡੈਂਟਸ, ਕਿ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੀਆਂ ਕੰਟਰੋਵਰਸੀ ਚੱਲ ਚੁੱਕੀਆਂ ਨੇ ਵਿਦਿਨ ਦਾ ਕਮਿਊਨਿਟੀ। ਇੱਥੇ ਐਕਸਟਰਨਲ ਚੀਜ਼ਾਂ ਹੈਗੀਆਂ ਨੇ ਅਤੇ ਗੁਰੂ ਪਾਤਸ਼ਾਹ ਉਹਨਾਂ ਦਾ ਆਨਸਰ ਕਰ ਰਹੇ ਨੇ ਅਤੇ ਸੇਧ ਲੈ ਰਹੇ ਨੇ ਗੁਰ ਸ਼ਬਦ ਤੋਂ। ਅੱਜ ਅਸੀਂ ਕੀ ਕਰਦੇ ਹਾਂ, ਜਦੋਂ ਕੋਈ ਵੀ ਸਾਡੇ ਸਾਹਮਣੇ ਮੁੱਦਾ ਆਉਂਦਾ ਹੈਗਾ ਆ, ਅਸੀਂ ਆਪਣੇ ਦਿਮਾਗ ਨੂੰ ਵਰਤਣਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਇਹ ਨਹੀਂ ਵੇਖਦੇ ਕਿ ਗੁਰ ਸ਼ਬਦ ਕੋ ਸੇਧ ਲਈਏ ਕਿ ਨਾ ਲਈਏ। ਗੁਰੂ ਪਾਤਸ਼ਾਹ ਇਸ ਚੀਜ਼ ਦਾ ਆਨਸਰ ਕੀ ਕਰਦੇ ਨੇ, ਜਦੋਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਗੁਰੂ ਪਾਤਸ਼ਾਹ ਦੇ ਸਾਹਮਣੇ ਆਉਂਦੀਆਂ ਨੇ ਅਤੇ ਉਹ ਕਿਸ ਤਰ੍ਹਾਂ ਹੈਂਡਲ ਕਰਦੇ ਨੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਨੂੰ ਸਮਝਣ ਦੀ ਲੋੜ ਹੈ ਸਾਧ ਸੰਗਤ ਜੀ। ਸਾਨੂੰ ਗੁਰ ਸ਼ਬਦ ਤੋਂ ਸੇਧ ਲੈਣ ਦੀ ਲੋੜ ਆ, ਅਤੇ ਇਹ ਇੱਕ ਬਹੁਤ ਹੀ ਅਹਿਮ ਪੱਖ ਹੈਗਾ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਦੇ ਭਾਈ ਜੇਠਾ ਜੀ ਦੇ ਜੀਵਨ 'ਚੋਂ ਮਿਲਦਾ। ਫਿਰ ਮਾਰਗ ਪੰਥ ਚੱਲੇ ਗੁਰ ਸਤਿਗੁਰ ਸੰਗ ਸਿੱਖਾ, ਕਿ ਉਹਨਾਂ ਦੇ ਨਾਲ ਬਹੁਤ ਸਾਰੇ ਸਿੱਖ ਵੀ ਹੈਗੇ ਨੇ, ਐਂਡ ਗੁਰੂ ਪਾਤਸ਼ਾਹ ਦੇ ਨਾਲ ਭਾਈ ਜੇਠਾ ਜੀ ਵੀ ਨੇ ਇਸ ਸਮੇਂ ਦੇ ਉੱਤੇ, ਉਹ ਐਜ਼ ਏ ਡਿਸਾਈਪਲ ਜਿਹੜਾ ਹੈਗਾ ਆ ਉੱਥੇ ਜਾਂਦੇ ਹੈਗੇ ਨੇ। ਸੋ ਇਸ ਤੋਂ ਬਾਅਦ ਜਿਹੜੀ ਫਿਰ ਅਗਲੀ ਇੱਕ ਸਾਖੀ ਆਉਂਦੀ ਆ ਜੀ, ਗੁਰੂ ਪਾਤਸ਼ਾਹ ਦੀਆਂ ਦੋ ਸਪੁੱਤਰੀਆਂ ਹੈਗੀਆਂ ਗੁਰੂ ਅਮਰਦਾਸ ਪਾਤਸ਼ਾਹ ਦੀਆਂ, ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ। ਬੀਬੀ ਭਾਨੀ ਜੀ ਦਾ ਜਿਹੜਾ ਵਿਆਹ ਆ ਉਹ ਭਾਈ ਜੇਠਾ ਜੀ ਨਾਲ ਹੁੰਦਾ,
ਤੇ ਬੀਬੀ ਦਾਨੀ ਜੀ ਭਾਈ ਰਾਮਾ ਨਾਲ ਵਿਆਹੇ ਹੋਏ ਸਨ। ਤੋ ਇਹਨਾਂ ਦੋਵਾਂ ਦੇ ਵਿਚਕਾਰ ਜਿਹੜਾ ਹੈਗਾ ਗੁਰੂ ਪਾਤਸ਼ਾਹ ਇੱਕ ਵਾਰੀ ਇਹਨਾਂ ਨੂੰ ਇੱਕ ਹੁਕਮ ਦਿੰਦੇ ਨੇ ਗੁਰੂ ਅਮਰਦਾਸ ਪਾਤਸ਼ਾਹ ਕਿ ਤੁਸੀਂ ਨਾ ਇੱਕ ਥੜਾ ਬਣਾਓ, ਇੱਕ ਪਲੈਟਫਾਰਮ ਬਣਾਓ ਜਿਹਦੇ ਉੱਤੇ ਬਹਿ ਕੇ ਅਸੀਂ ਸ਼ਬਦ ਵਿਚਾਰ ਕਰਿਆ ਕਰਨੀ ਆ ਸਵੇਰੇ ਤੇ ਸ਼ਾਮ ਨੂੰ। ਦੋਵੇਂ ਗੁਰਸਿੱਖ ਜਿਹੜੇ ਹੁੰਦੇ ਨੇ ਉਹ ਉਸ ਦੀ ਮੁਰੰਮਤ ਵਿੱਚ ਲੱਗ ਜਾਂਦੇ ਨੇ ਤੇ ਜਦੋਂ ਸ਼ਾਮ ਨੂੰ ਉਹ ਤਿਆਰ ਹੋ ਜਾਂਦਾ ਤੇ ਗੁਰੂ ਪਾਤਸ਼ਾਹ ਕੋ ਫਿਰ ਉਹਦਾ ਚੈੱਕ ਕਰਾਉਂਦੇ ਨੇ ਕਿ ਤੁਸੀਂ ਦੇਖੋ ਇਜ਼ ਇਟ ਓਕੇ ਔਰ ਨਾਟ। ਸੋ ਗੁਰੂ ਪਾਤਸ਼ਾਹ ਜਦੋਂ ਦੇਖਦੇ ਨੇ ਹੀ ਰਿਜੈਕਟਡ, ਹੀ ਟੋਲਡ ਦੈਟ ਇਟਸ ਨਾਟ ਪਰਫੈਕਟ। ਤੇ ਭਾਈ ਜਿਹੜੇ ਰਾਮਾ ਜੀ ਨੇ ਉਹਨਾਂ ਦੇ ਮਨ ਦੇ ਵਿੱਚ ਇੱਕ ਵਾਰੀ ਆ ਜਾਂਦਾ ਚਲੋ ਕਿ ਮੇ ਬੀ ਸਮ ਇੰਪਰਫੈਕਸ਼ਨ ਇਨ ਦਿਸ। ਤੇ ਭਾਈ ਜੇਠਾ ਜੀ ਨੂੰ ਜਦੋਂ ਕਹਿੰਦੇ ਨੇ ਉਹ ਵੀ ਕਹਿੰਦੇ ਨੇ ਕਿ ਠੀਕ ਹੈ ਗੁਰੂ ਪਾਤਸ਼ਾਹ ਜੀ, ਹੋ ਸਕਦਾ ਜੋ ਤੁਹਾਡੀ ਕਸਵੱਟੀ ਆ ਮੈਂ ਉਹਦੇ ਤੇ ਪੂਰਾ ਨਹੀਂ ਉਤਰਿਆ। ਸੈਕਿੰਡ ਟਾਈਮ ਫੇਰ ਬਣਦਾ, ਗੁਰੂ ਪਾਤਸ਼ਾਹ ਫੇਰ ਰਿਜੈਕਟ ਕਰ ਦਿੰਦੇ। ਤੇ ਭਾਈ ਰਾਮਾ ਜੀ ਦੇ ਮਨ ਦੇ ਵਿੱਚ ਇਸ ਵਾਰੀ ਥੋੜ੍ਹਾ ਕੁ ਗੁੱਸਾ ਆ ਜਾਂਦਾ। ਹੀ ਥਾਟ ਕਿ ਗੁਰੂ ਪਾਤਸ਼ਾਹ ਦੀ ਜਿਹੜੀ ਉਮਰ ਹੈ ਨਾ ਉਹ ਬਿਰਧ ਹੋ ਚੁੱਕੇ ਨੇ, ਦੈਟਸ ਵਾਈ ਹੀ ਇਜ਼ ਰਿਜੈਕਟਿੰਗ ਹੀ। ਠੀਕ ਹੈ ਜੀ, ਦੇਰ ਇਜ਼ ਸਮਥਿੰਗ ਰੋਂਗ ਇਨ ਗੁਰੂ ਪਾਤਸ਼ਾਹ। ਤੇ ਜਦੋਂ ਭਾਈ ਜੇਠਾ ਜੀ ਨੂੰ ਕਿਹਾ ਜਾਂਦਾ ਉਹ ਫਿਰ ਆਪਣੀ ਗਲਤੀ ਸਵੀਕਾਰ ਕਰਦੇ ਨੇ ਕਿ ਮੇਰੇ ਕਾਰ ਦੇ ਵਿੱਚ, ਮੇਰੇ ਕਰਮ ਦੇ ਵਿੱਚ ਕੋਈ ਕਮੀ ਹੈਗੀ ਆ ਜਿਸ ਕਰਕੇ ਇਹ ਗੁਰੂ ਪਾਤਸ਼ਾਹ ਦੇ ਘਰ ਕਬੂਲ ਨਹੀਂ ਹੋ ਪਾ ਰਿਹਾ। ਹੁਣ ਕਹਿਣ ਤੋਂ ਭਾਵ ਇੱਥੇ ਆ ਕਿ ਗੁਰੂ ਪਾਤਸ਼ਾਹ ਦੇ ਨਾਲ ਹਰ ਇੱਕ ਦਾ ਇੱਕ ਆਪਣਾ ਰਿਸ਼ਤਾ ਹੈਗਾ ਆ ਕਿ ਕੋਈ ਗੁਰੂ ਦੇ ਹੁਕਮ ਨੂੰ ਕਿੰਨੀ ਵਾਰ ਮੰਨਣ ਦੀ ਸਮਰੱਥਾ ਰੱਖਦਾ ਆ ਤੇ ਕੋਈ ਇੱਕ ਦੋ ਵਾਰ ਮੰਨਣ ਤੋਂ ਬਾਅਦ ਜਿਹੜਾ ਆ ਖਿਝ ਜਾਂਦਾ ਹੈ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਸਾਖੀਆਂ ਨੇ ਉਹ ਗੁਰੂ ਪਾਤਸ਼ਾਹ ਦੇ ਗੁਰ ਇਤਿਹਾਸ ਦੇ ਵਿੱਚ ਆਉਂਦੀਆਂ ਨੇ। ਤੇ ਇੱਕ ਵਾਰ ਇੱਕ ਗੁਰਸਿੱਖ ਜਿਹੜਾ ਹੁੰਦਾ ਇੱਕ ਨੈਕਲੈਸ ਲੈ ਕੇ ਆਉਂਦਾ ਹੈਗਾ ਤੇ ਉਹ ਬਹੁਤ ਸੋਹਣਾ ਹੁੰਦਾ ਜਿਹੜਾ ਨੈਕਲੈਸ ਆ। ਤੇ ਉਹ ਗੁਰੂ ਪਾਤਸ਼ਾਹ ਦੀ ਜਦੋਂ ਭੇਟ ਕਰਦਾ, ਗੁਰੂ ਪਾਤਸ਼ਾਹ ਅਮਰਦਾਸ ਪਾਤਸ਼ਾਹ ਹੁਕਮ ਕਰਦੇ ਨੇ ਕਿ ਤੁਸੀਂ ਉਸ ਗੁਰਸਿੱਖ ਨੂੰ ਪਾ ਦਿਓ ਜਿਹੜਾ ਮੇਰੇ ਵਰਗਾ ਆ। ਤੇ ਉਹ ਇਹ ਸੋਚਣ ਲੱਗਦਾ ਕਿ ਸ਼ਕਲ ਜਿਨ੍ਹਾਂ ਦੀ ਗੁਰੂ ਪਾਤਸ਼ਾਹ ਨਾਲ ਮਿਲਦੀ ਹੈ ਸ਼ਾਇਦ ਗੁਰੂ ਪਾਤਸ਼ਾਹ ਨੇ ਉਸ ਦੇ ਬਾਰੇ ਤਾਕੀਦ ਕੀਤੀ ਹੈਗੀ। ਪਰ ਜਦੋਂ ਉਹ ਵੇਖਦਾ ਸਾਰਿਆਂ ਪਾਸੇ, ਫਿਰ ਗੁਰੂ ਪਾਤਸ਼ਾਹ ਹੁਕਮ ਕਰਦੇ ਨੇ ਮੈਂ ਭਾਈ ਜੇਠਾ ਜੀ ਦੀ ਗੱਲ ਕਰ ਰਿਹਾ। ਹੁਣ ਇਹਨਾਂ ਸਾਰੀਆਂ ਘਾਲਣਾ ਤੋਂ ਬਾਅਦ ਭਾਈ ਜੇਠਾ ਨੂੰ ਗੁਰਿਆਈ ਦੀ ਜਿਹੜੀ ਬਖਸ਼ਿਸ਼ ਆ ਉਹ ਮਿਲਦੀ ਆ। ਤੇ ਇੱਥੇ ਕਾਰਾ ਫਿਰ ਉਹ ਵਾਪਰਦਾ ਗੁਰੂ ਘਰ ਦੇ ਜਿਹੜੇ ਪੁੱਤਰ ਨੇ ਇਸ ਸਮੇਂ, ਜਿਨ੍ਹਾਂ ਦੀ ਆਪਾਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਕਿ ਉਹ ਕਿਸ ਤਰ੍ਹਾਂ ਸਮਝਦੇ ਨੇ। ਬਾਬਾ ਸੁੰਦਰ ਜੀ ਨੇ ਜਿਹੜੇ ਗੁਰੂ ਅਮਰਦਾਸ ਪਾਤਸ਼ਾਹ ਦੇ ਪਰਿਵਾਰ ਦੇ ਵਿੱਚੋਂ ਸੀ, ਠੀਕ ਹੈ ਜੀ, ਉਹਨਾਂ ਨੇ ਰਾਮਕਲੀ ਸੱਧ ਬਾਣੀ ਲਿਖੀ ਹੈਗੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੀ ਦਰਜ ਆ। ਤੇ ਉਸ ਦੇ ਵਿੱਚ ਇਸ ਘਟਨਾ ਦਾ ਜਦੋਂ ਗੁਰੂ ਪਾਤਸ਼ਾਹ ਨੇ ਗੁਰਿਆਈ ਦੀ ਬਖਸ਼ਿਸ਼ ਕੀਤੀ ਹੈਗੀ ਉਦੋਂ ਕੀ ਵਾਪਰਦਾ ਪਰਿਵਾਰ ਦੇ ਵਿੱਚ, ਇਹਦਾ ਜ਼ਿਕਰ ਕੀਤਾ ਹੈਗਾ ਆ। ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸੇ ਪੈਰੀ ਪਾਏ ਜੀ, ਕਿ ਗੁਰੂ ਅਮਰਦਾਸ ਪਾਤਸ਼ਾਹ ਦਾ ਜਿਹੜਾ ਪੁੱਤਰ ਮੋਹਰੀ ਹੈਗਾ ਆ ਇਹ ਗੁਰੂ ਪਾਤਸ਼ਾਹ ਦੇ ਸਨਮੁਖ ਖਲੋ ਗਿਆ, ਬੇਮੁਖ ਨਹੀਂ ਹੋਇਆ ਗੁਰੂ ਪਾਤਸ਼ਾਹ ਨੇ ਜੋ ਹੁਕਮ ਦਿੱਤਾ ਹੈਗਾ। ਸਭ ਪਵੇ ਪੈਰੀ ਸਤਿਗੁਰ ਕੇਰੀ ਜਿੱਥੇ ਗੁਰੂ ਆਪ ਰੱਖਿਆ, ਕਿ ਜਿਹੜੀ ਗੁਰੂ ਦੂਜੀ ਸੰਗਤ ਹੈਗੀ ਆ ਉਹ ਵੀ ਗੁਰੂ ਪਾਤਸ਼ਾਹ ਦੇ ਪੈਰੀ ਪੈ ਜਾਂਦੀ, ਭਾਈ ਜੇਠਾ ਜੀ ਦੇ ਪੈਰੀ ਪੈ ਜਾਂਦੀ ਆ, ਗੁਰੂ ਪਾਤਸ਼ਾਹ ਦੇ ਹੁਕਮ ਨੂੰ ਮੰਨ ਲੈਂਦੇ ਹੈਗੇ ਨੇ। ਪਰ ਇੱਥੇ ਇੱਕ ਵਿਅਕਤੀ ਇਸ ਤਰ੍ਹਾਂ ਦਾ ਹੈਗਾ ਜਿਹੜਾ ਵਿਰੋਧ ਕਰਦਾ ਇਸ ਗੱਲ ਦਾ, ਉਹ ਸੀ ਗੁਰੂ ਅਮਰਦਾਸ ਪਾਤਸ਼ਾਹ ਦਾ ਦੂਸਰਾ ਪੁੱਤਰ ਬਾਬਾ ਮੋਹਨ ਜੀ। ਤੇ ਉਹਦੇ ਬਾਰੇ ਲਿਖਦੇ ਨੇ ਕੋਈ ਕਰੇ ਵਕੀਲੀ ਨਿਵੇ ਨਾਹੀ ਫਿਰ ਸਤਿਗੁਰੂ ਆਣ ਨਿਵਾਇਆ। वकीली की विरोध करता, ही स्टार्टेड अपोजिंग कि आई एम नॉट सैटिस्फाई वट एवर यू हैव डन। ਹੁਣ ਉਸ ਸਮੇਂ ਦੇ ਉੱਤੇ ਤੇ ਉਹਨਾਂ ਨੇ ਮੱਥਾ ਟੇਕਤਾ ਕਿ ਸਤਿਗੁਰੂ ਆਣ ਨਿਵਾਇਆ। ਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਕਿ ਤੁਹਾਨੂੰ ਭਾਈ ਜੇਠਾ ਜੀ ਦੇ ਪੈਰਾਂ ਦੇ ਉੱਤੇ ਆਪਣਾ ਸੀਸ ਨਿਵਾਉਣਾ ਪੈਣਾ, ਪਰ ਮਨ ਕਰਕੇ ਉਹਨਾਂ ਨੇ ਸਵੀਕਾਰ ਨਹੀਂ ਕੀਤਾ, ਜਿਸ ਕਰਕੇ ਬਾਅਦ ਵਿੱਚ ਵੀ ਜਿਹੜਾ ਹੈਗਾ ਆ ਉਹ ਵਿਰੋਧ ਚੱਲਦਾ ਰਹਿੰਦਾ ਹੈਗਾ। ਕਈ ਵਾਰੀ ਇਨਸਾਨ ਕਿਸੇ ਚੀਜ਼ ਨੂੰ ਜਦੋਂ ਮਨ ਕਰਕੇ ਨਹੀਂ ਸਵੀਕਾਰ ਕਰਦਾ, ਇੱਕ ਸਿਚੁਏਸ਼ਨ ਪਾਰਟੀਕੂਲਰ ਦੇ ਵਿੱਚ ਮੰਨ ਲੈਂਦਾ ਹੈਗਾ, ਪਰ ਗੁਰੂ ਘਰ ਦੇ ਵਿੱਚ ਜਿਹੜੀ ਚੀਜ਼ ਮਨ ਕਰਕੇ ਮੰਨੀ ਜਾਏਗੀ ਥਾਂ ਉਹ ਪੈਣੀ ਹੈਗੀ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਣ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਗੁਰੂ ਪਾਤਸ਼ਾਹ ਦੇ ਇਤਿਹਾਸ ਦੇ ਵਿੱਚ ਗੁਰੂ ਨੇ ਇੱਕ ਪਾਸੇ ਫੈਮਿਲੀ ਮੈਂਬਰ ਨੇ, ਤੇ ਫੈਮਿਲੀ ਮੈਂਬਰਾਂ ਦੇ ਵਿੱਚੋਂ ਜੇ ਅਸੀਂ ਪੁੱਤਰਾਂ ਨੂੰ ਇੱਕ ਸਾਈਡ 'ਤੇ ਰੱਖ ਲਈਏ, ਇੱਕ ਪਾਸੇ ਧੀਆਂ ਵੀ ਹੈਗੀਆਂ ਨੇ। ਸਾਧ ਸੰਗਤ ਜਦੋਂ ਅਸੀਂ ਚੀਜ਼ਾਂ ਨੂੰ ਤਿਆਰ ਕਰ ਰਿਹਾ ਸੀ ਤੇ ਇਕੱਲੀ ਜਾਣਕਾਰੀ ਹਾਸਲ ਕਰਨੀ ਵੀ ਇਹਨੂੰ ਮਿਹਨਤ ਲੱਗਦੀ ਹੈਗੀ ਆ। ਅਸੀਂ ਸਾਰੇ ਜਾਣਦੇ ਹਾਂ ਕੋਈ ਵੀ ਕਾਰਜ ਕਰਨਾ ਹੋਏ ਤੇ ਇਕੱਲੀ ਇਨਫੋਰਮੇਸ਼ਨ ਇਕੱਠੀ ਕਰਨੀ ਨਹੀਂ ਹੈਗੀ। ਜਿਵੇਂ ਅੱਜ ਸਾਡੇ ਬੱਚੇ ਕਹਿੰਦੇ ਹਨ ਵੀ ਡੋਂਟ ਨੀਡ ਟੂ ਗੋ ਟੂ ਗੁਰਦੁਆਰਾ, ਵਾਟ ਐਵਰ ਵੀ ਨੀਡ ਵੀ ਕੈਨ ਗੈਟ ਫਰੋਮ ਇੰਟਰਨੈਟ, ਫਰੋਮ ਔਨਲਾਈਨ ਰਿਸੋਰਸਿਸ ਹੈਗੇ।
बट साध संगत का जिहड़ा कॉन्सैप्ट आ ये इकल्ली जानकारी हासिल करना नहीं हुंदा। ਇੱਥੇ ਆ ਕੇ ਅਸੀਂ ਜਾਣਕਾਰੀ ਜਿਹੜੀ ਸਾਨੂੰ ਗੁਰ ਇਤਿਹਾਸ ਦੀ ਜਿੰਨੀ ਕੁ ਹੁੰਦੀ ਆ ਅਸੀਂ ਵਿਚਾਰਦੇ ਹਾਂ, ਉਸ ਨੂੰ ਅਸੀਂ ਆਪਣੇ ਵਿਚਾਰ ਇੱਕ ਦੂਜੇ ਨਾਲ ਸਾਂਝੇ ਕਰਦੇ ਹਾਂ ਤੇ ਸਾਡੇ ਥਾਟਸ ਦੀ ਜਿਹੜੀ ਆ ਕਲੈਰਿਟੀ ਵੱਧਦੀ ਜਾਂਦੀ ਹੈ। ਹੋ ਸਕਦਾ ਕਿਸੇ ਗੱਲ ਦੀ ਮੈਂ ਆਪਣੇ ਆਪ ਨੂੰ ਜੇ ਬੜਾ ਕਹਿੰਦਾ ਵੀ ਮੈਂ ਬੜਾ ਪੜ੍ਹਦਾ, ਨਹੀਂ, ਇਹ ਹੰਕਾਰ ਦੀ ਗੱਲ ਹੈਗੀ ਆ। ਜੇ ਮੈਂ ਆ ਜਾਏਗੀ ਤੇ ਫਿਰ ਗੁਰੂ ਪਾਤਸ਼ਾਹ ਦਾ ਜਿਹੜਾ ਮੁੱਢਲਾ ਸਿਧਾਂਤ ਹੈ ਸਮਝੋ ਉਹਦੀ ਸਮਝ ਨਹੀਂ ਆਈ। ਜਦੋਂ ਅਸੀਂ ਸਾਧ ਸੰਗਤ ਵਿੱਚ ਬੈਠ ਕੇ ਵਿਚਾਰ ਕਰਾਂਗੇ ਤੇ ਇਹਨਾਂ ਵਿਚਾਰਾਂ ਦੇ ਨਾਲ ਸਾਡੇ ਮਨ ਦੇ ਬਹੁਤ ਸਾਰੇ ਜਿਹੜੇ ਥਾਟਸ ਨੇ ਉਹ ਕਲੀਅਰ ਹੁੰਦੇ ਨੇ, ਬੜੇ ਡਾਊਟਸ ਜਿਹੜੇ ਨੇ ਉਹ ਕਲੀਅਰ ਹੁੰਦੇ ਨੇ। ਦੈਟਸ ਵਾਈ ਸਾਧ ਸੰਗਤ ਇਜ਼ ਵੈਰੀ ਇੰਪੋਰਟੈਂਟ। ਕੱਲੀ ਇਨਫੋਰਮੇਸ਼ਨ ਸੀਕਿੰਗ ਨਹੀਂ ਹੈਗੀ ਸਿੱਖੀ ਦੇ ਵਿੱਚ, ਤੇ ਇਨਫੋਰਮੇਸ਼ਨ ਸੀਕਿੰਗ ਜਿਹੜੀ ਆ ਜਾਂ ਜਿੰਨੀ ਵੀ ਇਕੱਠੀ ਕਰਨੀ ਬਾਣੀ 'ਚ ਕਰ ਲਈਏ, ਪੜ੍ਹ ਗੱਡੀ ਲੱਦੀਏ ਤੂੰ ਜਿੰਨਾ ਮਰਜ਼ੀ ਪੜ੍ਹੀ ਜਾ, ਭਾਰ ਹੀ ਚੁੱਕ ਰਿਹਾ ਜਿੰਨਾ ਚਿਰ ਤੱਕ ਗੁਰੂ ਸ਼ਬਦ ਦੀ ਕਮਾਈ ਨਹੀਂ ਕਰੇਗਾ। ਸੋ ਇੱਕ ਪਾਸੇ ਪੁੱਤਰ ਨੇ, ਇੱਕ ਪਾਸੇ ਧੀਆਂ ਨੇ ਕਦੀ ਵੀ ਕਲੇਸ਼ ਨਹੀਂ ਪੈਦਾ ਕੀਤਾ। ਸਾਡੇ ਅੱਜ ਦਾ ਪ੍ਰਸ਼ਨ ਆਮ ਸਿੱਖਾਂ ਦੇ ਵਿੱਚ ਇਹ ਹੁੰਦਾ ਕਿ ਗੁਰੂ ਘਰ ਦੇ ਵਿੱਚ ਕੋਈ ਬੀਬੀ ਗੁਰੂ ਕਿਉਂ ਨਹੀਂ ਬਣੀ। ਅਸੀਂ ਇਸ ਤਰ੍ਹਾਂ ਕਿਉਂ ਨਹੀਂ ਸਮਝਦੇ ਕਿ ਗੁਰੂ ਘਰ ਦੀ ਮਹਾਨਤਾ ਵੇਖੀਏ ਕਿ ਕਿਸੇ ਬੀਬੀ ਨੇ, ਕਿਸੇ ਧੀ ਨੇ, ਕਿਸੇ ਪੁੱਤਰੀ ਨੇ ਕਦੀ ਵੀ ਗੁਰੂ ਪਾਤਸ਼ਾਹ ਦੇ ਹੁਕਮ ਦੀ ਉਲੰਘਣਾ ਨਹੀਂ ਕੀਤੀ। ਇੱਕ ਨਜ਼ਰੀਆ ਇਹ ਵੀ ਹੋ ਸਕਦਾ ਸਾਨੂੰ ਗੁਰ ਇਤਿਹਾਸ ਨੂੰ ਦੇਖਣ ਦਾ। ਇੱਥੇ ਮਾਤਾ ਖੀਵੀ ਜੀ ਨੇ ਵੀ ਜਿਹੜੇ ਗੁਰੂ ਘਰ ਦੇ ਲੰਗਰ ਦੀ ਸੇਵਾ ਸਾਂਭਦੇ ਨੇ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਓ ਪਤਰਾਂ ਦੀ। ਇੱਥੇ ਸੰਗਤ ਵੀ ਹੈਗੀ ਆ ਤੇ ਸੰਗਤ ਦੇ ਵਿੱਚ ਉਹ ਵੀ ਹੈਗੇ ਨੇ ਜਿਹੜੇ ਬਾਬਾ ਅਮਰਦਾਸ ਨੂੰ ਵੀ ਮਿਹਣੇ ਮਾਰਦੇ ਨੇ ਉਸ ਸਮੇਂ ਦੇ ਉੱਤੇ ਕਿ ਇਹਨਾਂ ਨੂੰ ਹੁਣ ਘਰੇ ਰਹਿਣ ਦੀ ਥਾਂ ਨਹੀਂ ਹੈਗੀ, ਇਸ ਕਰਕੇ ਖਡੂਰ ਸਾਹਿਬ ਆ ਕੇ ਆਪਣਾ ਸਮਾਂ ਲੰਘਾ ਰਹੇ ਨੇ। ਤੇ ਉਹ ਮਿਹਣੇ ਜਿਹੜੇ ਨੇ ਭਾਈ ਜੇਠਾ ਜੀ ਨੂੰ ਵੀ ਵੱਜਦੇ ਨੇ ਆ ਕੇ, ਉਹਨਾਂ ਦੇ ਜਦੋਂ ਪਰਿਵਾਰ ਦੇ ਮੈਂਬਰ ਆਉਂਦੇ ਨੇ, ਕਿਉਂਕਿ ਹਰ ਇੱਕ ਦਾ ਨਜ਼ਰੀਆ ਆਪਣਾ ਹੁੰਦਾ ਕਿਸੇ ਘਟਨਾ ਨੂੰ ਸਮਝਣ ਦਾ। ਪਰ ਗੁਰੂ ਪਾਤਸ਼ਾਹ ਨੇ ਐਜ਼ ਏ ਗੁਰਸਿੱਖ ਉਹਨਾਂ ਮਿਹਣਿਆਂ ਦੀ ਪਰਵਾਹ ਨਹੀਂ ਕੀਤੀ। ਦੇ ਫੋਕਸ ਔਨ ਸੇਵਾ, ਉਹਨਾਂ ਨੇ ਛੱਡੀ ਨਹੀਂ। ਉਹਨਾਂ ਦੇ ਅੰਦਰ ਜਿਹੜੀ ਹੈਗੀ ਉਹ ਨੈਗੇਟਿਵਿਟੀ ਨਹੀਂ ਆਉਂਦੀ ਕਿ ਮੇਰੇ ਬਾਰੇ ਇਹਨਾਂ ਨੇ ਆਹ ਕਹਿਣਾ ਸ਼ੁਰੂ ਕਰਤਾ ਤੇ ਮੈਂ ਛੱਡ ਕੇ ਚਲਾ ਜਾ। ਕਹਿਣ ਤੋਂ ਭਾਵ ਕਿ ਜਦੋਂ ਗੁਰੂ ਘਰ ਅਸੀਂ ਆਵਾਂਗੇ, ਸੇਵਾ ਕਰਾਂਗੇ, ਜ਼ਰੂਰੀ ਨਹੀਂ ਕਿ ਐਪਰੀਸ਼ੀਏਸ਼ਨ ਹੀ ਮਿਲੇਗੀ, ਸਾਨੂੰ ਕ੍ਰਿਟਿਸਿਜ਼ਮ ਵੀ ਮਿਲ ਸਕਦਾ ਹੈਗਾ। ਤੇ ਗੁਰੂ ਪਾਤਸ਼ਾਹ ਦੇ ਇਤਿਹਾਸ ਦੇ ਵਿੱਚ ਇਹ ਚੀਜ਼ਾਂ ਆਮ ਪਈਆਂ ਹੈਗੀਆਂ। ਤੇ ਹੁਣ ਗੁਰੂ ਨਾਨਕ ਪਾਤਸ਼ਾਹ ਦਾ ਪਰਿਵਾਰ ਕਿਹੜਾ ਹੈਗਾ ਤੇ ਇਸ ਪਰਿਵਾਰ ਦੇ ਮੈਂਬਰ ਕਿਸ ਤਰ੍ਹਾਂ ਬਣਨਾ, ਬਿਕੋਜ਼ ਵੀ ਆਰ ਸੋਸ਼ਲੀ ਬੋਰਨ ਇਨ ਸਿੱਖ ਫੈਮਿਲੀ। ਇਸ ਕਰਕੇ ਅਸੀਂ ਆਪਣੇ ਆਪ ਨੂੰ ਸਿੱਖ ਕਹਿ ਰਹੇ ਹਾਂ, ਪਰ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਜਨਮ ਲੈਣ ਲਈ ਗੁਰੂ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਤੇ ਗੁਰੂ ਦੇ ਘਰ ਦੇ ਵਿੱਚ ਵੀ ਜਨਮ ਲੈਣਾ ਪੈਣਾ। ਸਪਿਰਚੁਅਲ ਜਿਹੜਾ ਬਰਥ ਆ ਸਾਡਾ ਉਹ ਹਜੇ ਹੋਇਆ ਨਹੀਂ ਹੋਇਆ, ਗੁਰੂ ਪਾਤਸ਼ਾਹ ਜਾਣਦੇ ਨੇ, ਬਟ ਅਸੀਂ ਸੋਸ਼ਲੀ ਸਿੱਖ ਹੈਗੇ ਹਾਂ। ਤੇ ਭਾਈ ਗੁਰਦਾਸ ਜੀ ਇਸ ਬਾਰੇ ਬੜਾ ਸੋਹਣਾ ਬਿਆਨ ਕਰਦੇ ਨੇ, ਇਸ ਜਰਨੀ ਨੂੰ, ਇਸ ਯਾਤਰਾ ਨੂੰ। ਉਹਨਾਂ ਦਾ ਸ਼ਬਦ ਆ ਜੀ, ਸਤਿਗੁਰੂ ਨਾਨਕ ਦਿਓ ਆਪ ਉਪਾਇਆ, ਕਿ ਵਾਹਿਗੁਰੂ ਪਰਮਾਤਮਾ ਨੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਅੰਦਰ ਆਪਣੀ ਜੋਤ ਟਿਕਾ ਕੇ ਆਪਣੇ ਆਪ ਨੂੰ ਸੰਸਾਰ ਦੇ ਵਿੱਚ ਪ੍ਰਗਟ ਕੀਤਾ। ਗੁਰੂ ਅੰਗਦ ਗੁਰਸਿੱਖ ਬਬਾਣੇ ਆਇਆ, ਸ਼ਬਦ ਵਰਤਿਆ ਜਾ ਰਿਹਾ ਗੁਰਸਿੱਖ, ਕਿ ਗੁਰੂ ਅੰਗਦ ਨੇ ਗੁਰਸਿੱਖੀ ਦੀ ਕਮਾਈ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਜਿਹੜੀ ਆ ਉਹ ਥਾਂ ਆਪਣੀ ਬਣਾਈ ਹੈਗੀ। ਇੱਥੇ ਜਿਹੜਾ ਪੁਆਇੰਟ ਨੋਟ ਕਰਨ ਵਾਲਾ ਹੈਗਾ ਕਿ ਅਸੀਂ ਵੀ ਸਿੱਖ ਪਰਿਵਾਰਾਂ ਦੇ ਵਿੱਚ ਤੇ ਪੈਦਾ ਹੋਏ ਹਾਂ ਸਾਰੇ, ਬਹੁਤ ਚੰਗੀ ਗੱਲ ਹੈ। ਇਹਦੇ ਵਿੱਚ ਕੋਈ ਇਹ ਬੜੀ ਸਾਨੂੰ ਫਖਰ ਵਾਲੀ ਗੱਲ ਹੈਗੀ ਹੈ ਕਿ ਗੁਰੂ ਪਾਤਸ਼ਾਹ ਨੇ, ਉਸ ਵਾਹਿਗੁਰੂ ਨੇ ਸਾਨੂੰ ਇਸ ਪਰਿਵਾਰ ਦੇ ਵਿੱਚ ਜਨਮ ਦਿੱਤਾ ਹੈਗਾ। ਪਰ ਹੁਣ ਅਗਲਾ ਕਦਮ ਕੀ ਹੈਗਾ ਕਿ ਇੱਥੇ ਕਮਾਈ ਦਾ ਰਸਤਾ ਹੈਗਾ ਆ। ਅਸੀਂ ਯਾਦ ਵੀ ਕਰਦੇ ਹਾਂ ਆਪਣੀ ਅਰਦਾਸ ਦੇ ਵਿੱਚ, ਜਦੋਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਠ ਸੀਸ ਦਿੱਤੇ ਉਹਨਾਂ ਬੰਦਾਂ ਦੇ ਵਿੱਚ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਅਸੀਂ ਕਮਾਈ ਸ਼ਬਦ ਵਰਤਦੇ ਹਾਂ ਕਿ ਕਮਾਈ ਸਿਰਫ ਸੰਸਾਰਕ ਨਹੀਂ ਹੁੰਦੀ, ਇਹ ਰੱਬੀ ਵੀ ਹੁੰਦੀ ਆ, ਇਹ ਗੁਣਾਂ ਦੀ ਵੀ ਹੁੰਦੀ ਆ, ਇਹ ਵਾਹਿਗੁਰੂ ਦੇ ਰਸਤੇ ਦੀ ਵੀ ਹੁੰਦੀ ਹੈ। ਗੁਰੂ ਅੰਗਦ ਗੁਰਸਿੱਖ ਬਬਾਣੇ ਆਇਆ। ਇਹ ਗੁਰਸਿੱਖੀ ਜਿਹੜੀ ਸਾਰੇ ਸਾਨੂੰ ਕਮਾਉਣੀ ਪੈਣੀ ਹੈਗੀ ਆ, ਇਹ ਮੁਫਤ 'ਚ ਨਹੀਂ ਮਿਲਣੀ ਸਾਧ ਸੰਗਤ। ਅਤੇ ਕਮਾਉਣੀ ਕਿਸ ਤਰ੍ਹਾਂ ਆ? ਗੁਰ ਸ਼ਬਦ ਨੂੰ ਵਿਚਾਰਿਆ, ਗੁਰਬਾਣੀ ਦੀ ਸੇਧ ਲਿਆ, ਗੁਰਬਾਣੀ ਦੀ ਵਿਜ਼ਡਮ ਨੂੰ ਆਪਣੇ ਅੰਦਰ ਧਾਰਨ ਕੀਤਿਆਂ। ਫਿਰ ਅੱਗੇ ਭਾਈ ਗੁਰਦਾਸ ਜੀ ਦਾ ਬਚਨ ਆ, ਗੁਰਸਿੱਖ ਹੈ ਗੁਰ ਅਮਰ ਸਤਿਗੁਰ ਭਾਇਆ, ਰਾਮਦਾਸ ਗੁਰਸਿੱਖ ਗੁਰ ਸਦਵਾਇਆ। ਕਿ ਸਾਰੇ ਗੁਰਸਿੱਖ ਸ਼ਬਦ ਵਰਤਿਆ ਜਾ ਰਿਹਾ ਕਿ ਉਹਨਾਂ ਨੇ ਗੁਰਸਿੱਖੀ ਦੀ ਕਮਾਈ ਕੀਤੀ ਹੈਗੀ ਆ, ਅਤੇ ਇਸ ਕਮਾਈ ਕਰਕੇ ਉਹ ਗੁਰੂ ਨਾਨਕ ਪਾਤਸ਼ਾਹ ਦੇ ਦਰ 'ਤੇ ਕਬੂਲ ਹੁੰਦੇ ਨੇ। ਅਤੇ ਜਿਨ੍ਹਾਂ ਨੇ ਜ਼ੋਰ ਦੇ ਨਾਲ ਹਥਿਆਉਣਾ ਚਾਹਿਆ, ਅੱਜ ਜੇ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਸਾਧ ਸੰਗਤ ਜੀ, ਅਤੇ ਸਾਡੇ ਮਨਾਂ ਦੇ ਵਿੱਚ ਇਹ ਆਪਣੇ ਆਪ ਇੱਕ ਭਾਵਨਾ ਆ ਜਾਂਦੀ ਸਤਿਕਾਰ ਕਿਹਦੇ ਵਿੱਚ ਰੱਖਣਾ ਅਤੇ ਕਿਹਦੇ ਵਿੱਚ ਨਹੀਂ ਰੱਖਣਾ। ਇਹ ਚੀਜ਼ਾਂ ਵਿਚਾਰਨ ਦੀ ਲੋੜ ਹੈਗੀ। ਅਤੇ ਖਾਸ ਕਰਕੇ ਸਾਨੂੰ ਭਾਈ
ਜੇਠਾ ਜੀ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ ਆ ਕਿ ਉਹਨਾਂ ਨੇ ਜੇ ਗੁਰੂ ਘਰ ਦੀ ਸੇਵਾ ਕੀਤੀ ਇਸ ਭਾਵਨਾ ਨਾਲ ਨਹੀਂ ਸੀ ਕੀਤੀ ਕਿ ਮੈਂ ਇੱਕ ਦਿਨ ਗੁਰਿਆਈ ਦੀ ਜਿਹੜੀ ਬਖਸ਼ਿਸ਼ ਆ ਉਹਨੂੰ ਹਾਸਲ ਕਰਾਂਗਾ। ਨਿਸ਼ਕਾਮ ਸੇਵਾ ਕੀਤੀ ਹੈਗੀ। ਅਸੀਂ ਵੀ ਜਦੋਂ ਗੁਰੂ ਘਰ ਸੇਵਾ ਕਰਨ ਆਉਣਾ ਸਾਨੂੰ ਬਿਲਕੁਲ ਸਪਸ਼ਟ ਹੋਣਾ ਚਾਹੀਦਾ ਆ। ਠੀਕ ਹੈ, ਸਾਡੀਆਂ ਮੰਗਾਂ ਵੀ ਹੁੰਦੀਆਂ ਨੇ ਗੁਰੂ ਅੱਗੇ, ਜੇ ਕੋਈ ਮੰਗ ਵੀ ਆ ਤੇ ਉਹ ਵੀ ਗੁਰੂ ਪਾਤਸ਼ਾਹ ਕੋਲ ਮੰਗਣੀ ਹੈਗੀ, ਕਿਸੇ ਦੂਜੇ ਕੋਲ ਨਹੀਂ ਮੰਗਣੀ ਹੈਗੀ। ਬਾਬਾ ਫਰੀਦ ਜੀ ਦਾ ਇੱਕ ਬਚਨ ਹੈਗਾ ਜੀ, ਫਰੀਦਾ ਬਾਰ ਪਰ ਆਏ ਬੈਸਣਾ ਸਾਈਂ ਮੁਝੇ ਨਾ ਦੇ। ਕਹਿੰਦੇ ਮੇਰੀ ਜੀਵਨ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਸਮਾਂ ਨਾ ਆਏ ਕਿ ਮੈਨੂੰ ਤੇਰਾ ਦਰ ਛੱਡ ਕੇ ਵਾਹਿਗੁਰੂ ਕਿਸੇ ਦੂਸਰੇ ਦੇ ਦਰ ਤੇ ਜਾਣਾ ਪਏ। ਇਨ ਕੇਸ ਕਹਿੰਦੇ ਇਫ ਇਟ ਹੈਪਨਸ ਇਨ ਮਾਈ ਲਾਈਫ ਦੈਨ ਵਾਟ, ਜੇ ਤੂੰ ਐਵੇਂ ਰੱਖਸੀ ਜਿਉ ਸ਼ਰੀਰੋਂ ਲੈ। ਕਹਿੰਦੇ ਜੇ ਇਸ ਤਰ੍ਹਾਂ ਦਾ ਸਮਾਂ ਆ ਜੇ, ਬੈਟਰ ਯੂ ਟੇਕ ਮਾਈ ਲਾਈਫ, ਕਿ ਮੈਨੂੰ ਉਸ ਤੋਂ ਪਹਿਲਾਂ ਮੌਤ ਆ ਜੇ, ਪਰਮਾਤਮਾ ਤੇਰਾ ਦਰ ਛੱਡਣ ਤੋਂ ਇਲਾਵਾ ਜੇ ਮੈਂ ਕਿਸੇ ਦੂਸਰੇ ਦੇ ਦਰ ਤੇ ਜਾਵਾਂ। ਸਾਡੀ ਜੇ ਕੋਈ ਮੰਗ ਵੀ ਹੋਏ ਅਸੀਂ ਗੁਰੂ ਕੋ ਮੰਗਣੀ ਹੈਗੀ, ਪਰ ਇਸ ਦੇ ਨਾਲ ਹੀ ਜਦੋਂ ਸੇਵਾ ਕਰਨੀ ਹੈਗੀ ਆ ਉਸ ਦੇ ਵਿੱਚ ਨਿਮਰਤਾ, ਪ੍ਰੇਮ, ਪਿਆਰ ਜਿਹੜਾ ਹੈਗਾ ਉਹ ਰੱਖਣਾ। ਤੇ ਇਸ ਗੱਲ ਨੂੰ ਹਮੇਸ਼ਾ ਧਿਆਨ 'ਚ ਰੱਖਣਾ ਸਾਧ ਸੰਗਤ ਕੀ ਸੇਵਾ ਕਰਦਿਆਂ ਹੋ ਸਕਦਾ ਸਾਨੂੰ ਬਹੁਤ ਸਾਰੇ ਜਿਹੜੇ ਨੇ ਉਹ ਨਿੰਦਣ ਵਾਲੇ ਵੀ ਬੈਠੇ ਹੋਣ, ਅਸੀਂ ਉਹਨਾਂ ਗੱਲਾਂ ਤੋਂ ਪ੍ਰਭਾਵਿਤ ਨਹੀਂ ਹੋਣਾ। ਜੇ ਭਾਈ ਜੇਠਾ ਜੀ ਪ੍ਰਭਾਵਿਤ ਹੁੰਦੇ, ਜੇ ਭਾਈ ਬਾਬਾ ਅਮਰਦਾਸ ਜੀ ਪ੍ਰਭਾਵਿਤ ਹੁੰਦੇ ਤੇ ਹੋ ਸਕਦਾ ਅੱਜ ਸਾਡਾ ਇਤਿਹਾਸ ਕੁਝ ਵੱਖਰਾ ਹੁੰਦਾ। ਗੁਰੂ ਨਾਨਕ ਦੇ ਦਰ ਦੇ ਉੱਤੇ ਨਿਮਾਣੇ ਬਣ ਕੇ ਆਉਣਾ, ਇਹ ਪਹਿਲਾਂ ਵੀ ਬੇਨਤੀ ਕੀਤੀ ਸੀ। ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਹੁਣ ਜਿਹੜਾ ਹੈਗਾ ਆ ਕਿ ਗੁਰੂ ਘਰ ਦੇ ਵਿੱਚ ਇਸ ਤੋਂ ਜਿਹੜਾ ਅਗਲਾ ਫੇਜ਼ ਸ਼ੁਰੂ ਹੁੰਦਾ ਆ, ਕਿਉਂਕਿ ਹਜੇ ਤੱਕ ਜਿਹੜੀ ਗੁਰਿਆਈ ਦੀ ਬਖਸ਼ਿਸ਼ ਹੋਈ ਆ, ਕੋਈ ਵੀ ਜਿਹੜਾ ਗੁਰੂ ਆ ਉਹ ਪਰਿਵਾਰ ਦੇ ਮੈਂਬਰਾਂ 'ਚੋਂ ਨਹੀਂ ਆ ਰਿਹਾ। ਰਿਸ਼ਤੇਦਾਰੀ ਤੇ ਹੈਗੀ ਆ ਪਰ ਪਰਿਵਾਰ ਦੇ ਪੁੱਤਰਾਂ 'ਚੋਂ ਨਹੀਂ ਸੀ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਜਿਹੜੇ ਅਗਲੇ ਗੁਰੂ ਬਣਦੇ ਨੇ ਉਹ ਪਹਿਲੇ ਗੁਰਪੁੱਤਰ ਨੇ ਜਿਨ੍ਹਾਂ ਨੂੰ ਗੁਰਿਆਈ ਦੀ ਬਖਸ਼ਿਸ਼ ਹੁੰਦੀ ਆ। ਤੇ ਇਸ ਤੋਂ ਬਾਅਦ ਕੀ ਵਾਪਰਦਾ ਆ, ਚੈਲੰਜ ਵੱਧਦੇ ਆ ਜਾਂ ਘਟਦੇ ਆ, ਉਸ ਦੇ ਬਾਰੇ ਜਿਹੜੀ ਅਗਲੀ ਵਿਚਾਰ ਹੋਏਗੀ ਅਸੀਂ ਉਹਦੇ ਵਿੱਚ ਆਪ ਜੀ ਦੇ ਨਾਲ ਸਾਂਝ ਪਾਵਾਂਗੇ। ਇੱਕ ਆਪ ਜੀ ਦੇ ਨਾਲ ਛੋਟੀ ਜੀ ਬੇਨਤੀ ਸਾਂਝੀ ਕਰਨੀ ਸਾਧ ਸੰਗਤ ਕੀ ਗੁਰਤਾ ਗੱਦੀ ਦਿਹਾੜਾ ਮਨਾਇਆ ਜਾ ਰਿਹਾ ਜੀ ਖਾਲਸਾ ਧਾਰਮਿਕ ਸਭਾ ਸਿੱਖ ਮਿਸ਼ਨਰੀ ਸੁਸਾਇਟੀ ਦੇ ਵੱਲੋਂ, ਤੇ ਉਸ ਦੇ ਲਈ ਅਖੰਡ ਪਾਠ ਸਾਹਿਬ ਵੀ ਹੋਏਗਾ, ਟਾਕ ਸੀਰੀ ਵੀ ਹੋਏਗੀ, ਜਿਹੜੇ ਪੋਸਟਰ ਹੋਣਗੇ ਤੁਹਾਨੂੰ ਇਹ 25 ਤੋਂ ਲੈ ਕੇ 30 ਅਕਤੂਬਰ ਤੱਕ ਜਿਹੜੇ ਸਾਰੇ ਕਾਰਜ ਨੇ ਇਹ ਸਾਰੇ ਹੋਣਗੇ। ਤੇ ਆਪ ਸਾਰੀਆਂ ਸੰਗਤਾਂ ਨੇ ਉੱਥੇ ਹਾਜ਼ਰੀ ਭਰਨ ਦੀ ਜਿਹੜੀ ਆ ਉਹ ਯਤਨ ਕਰਨਾ, ਗੁਰੂ ਘਰ ਆ ਕੇ ਸੇਵਾ ਕਰਨੀ। ਜੇ ਕੋਈ ਅਖੰਡ ਪਾਠ ਸਾਹਿਬ ਦੀ ਸੇਵਾ ਕਰਨੀ ਚਾਹੁੰਦਾ ਹੈਗਾ ਆ ਉਹ ਵੀ ਸੰਪਰਕ ਕਰ ਸਕਦਾ ਜੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਅੱਜ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਲਈ ਗੁਰੂ ਪਾਤਸ਼ਾਹ ਸਾਧ ਸੰਗਤ ਬਖਸ਼ਣ ਜੋੜ ਗਿਆ ਜੀ, ਬਖਸ਼ ਦੇਣਾ। ਬੁਲਾਓ ਫਤਿਹ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।